ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ 9ਵੀਂ ਕਲਾਸ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਵਿੱਚੋਂ ਕਵਿਤਾ ਭਾਗ ਵਿੱਚੋਂ ਵਿਸਾਖੀ ਦਾ ਮੇਲਾ ਕਵਿਤਾ ਪੜ੍ਹਾਂਗੇ ਅਤੇ ਇਸ ਕਵਿਤਾ ਦੇ ਲੇਖਕ ਦਾ ਨਾਮ ਹੈ ਧਨੀ ਰਾਮ ਚਾਤ੍ਰਿਕ ਜੀ। ਸੋ ਤੁਸੀਂ ਫੋਟੋ ਜਿਹੜੀ ਦੇਖ ਰਹੇ ਹੋ ਸਕਰੀਨ ਦੇ ਉੱਪਰ, ਇਹ ਹੈ ਧਨੀ ਰਾਮ ਚਾਤ੍ਰਿਕ ਜੀ ਦੀ ਤਸਵੀਰ। ਸੋ ਆਓ ਆਪਾਂ ਧਨੀ ਰਾਮ ਚਾਤ੍ਰਿਕ ਜੀ ਦੇ ਜੀਵਨ ਦੇ ਉੱਪਰ ਥੋੜ੍ਹੀ ਝਾਤ ਮਾਰਦੇ ਹਾਂ। ਅਤੇ ਜਦੋਂ ਵੀ ਬੇਟਾ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਨੂੰ ਸਵਾਲ ਆਉਣਗੇ ਅਤੇ 1 ਤੋਂ 2 ਨੰਬਰ ਦਾ ਸਵਾਲ ਜਿਹੜਾ ਤੁਹਾਨੂੰ ਕਵਿਤਾ ਦੇ ਕਵੀ ਬਾਰੇ ਜ਼ਰੂਰ ਆ ਸਕਦੇ ਨੇ, ਜ਼ਰੂਰ ਸਵਾਲ ਤੁਹਾਨੂੰ ਜਿਹੜਾ ਪੁੱਛਿਆ ਜਾ ਸਕਦਾ। ਸੋ ਆਓ ਪੜ੍ਹਦੇ ਹਾਂ ਵਿਸਾਖੀ ਦਾ ਮੇਲਾ, ਕਵਿਤਾ ਦੇ ਰਚੇਤਾ ਲੇਖਕ ਧਨੀ ਰਾਮ ਚਾਤ੍ਰਿਕ ਜੀ ਦੇ ਜੀਵਨ ਬਾਰੇ। ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਸਨ। ਇਹਨਾਂ ਦਾ ਜਨਮ 4 ਅਕਤੂਬਰ 1876 ਈਸਵੀ ਵਿੱਚ ਪਿਤਾ ਸ੍ਰੀ ਪੋਹੂਮੱਲ ਅਤੇ ਮਾਤਾ ਸ੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪੱਸੀਆਂ ਵਾਲਾ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿਖੇ ਹੋਇਆ। ਆਪ ਦਾ ਬਚਪਨ ਪਿੰਡ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੀਤ ਹੋਇਆ। ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਨਾਲ ਅਥਾਹ ਪਿਆਰ ਸੀ। ਇਸ ਕਰਕੇ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਠਾਠਾਂ ਮਾਰਦਾ ਹੈ। 17 ਸਾਲ ਦੀ ਉਮਰ ਵਿੱਚ ਆਪ ਨੇ ਭਾਈ ਵੀਰ ਸਿੰਘ ਜੀ ਦੇ ਪ੍ਰੈਸ ਵਜ਼ੀਰ ਹਿੰਦ ਵਿੱਚ ਨੌਕਰੀ ਕੀਤੀ। 1926 ਈਸਵੀ ਵਿੱਚ ਆਪ ਨੇ ਪੰਜਾਬੀ ਸਭਾ ਸਥਾਪਿਤ ਕਰਕੇ ਕਵੀ ਦਰਬਾਰਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 18 ਦਸੰਬਰ 1954 ਨੂੰ ਆਪ ਸਾਹਿਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਏ। ਆਪ ਨੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਪੁਸਤਕਾਂ ਭੇਟ ਕੀਤੀਆਂ, ਜਿਨ੍ਹਾਂ ਵਿੱਚੋਂ ਸੂਫੀ ਖਾਨਾ, ਨੂਰ ਜਹਾਂ, ਬਾਦਸ਼ਾਹ ਬੇਗਮ, ਭਰਥਰੀ ਹਰੀ, ਚੰਦਨਵਾੜੀ, ਕੇਸਰ ਕਿਆਰੀ, ਨਲ ਦਮਯੰਤੀ, ਨਵਾਂ ਜਵਾਨ ਆਦਿ ਪ੍ਰਮੁੱਖ ਹਨ। ਆਪ ਦੀ ਬੋਲੀ ਬਹੁਤ ਹੀ ਠੇਠ ਅਤੇ ਸਰਲ ਅਤੇ ਰਸ ਭਰੀ ਹੈ। ਆਪ ਨੇ ਬਹੁਤ ਸਾਰੀਆਂ ਵਾਰਤਕ ਪੁਸਤਕਾਂ ਵੀ ਲਿਖੀਆਂ, ਪਰ ਆਪ ਦੀ ਪ੍ਰਸਿੱਧੀ ਬਤੌਰ ਕਵੀ ਹੀ ਹੋਈ। ਮੇਲੇ ਵਿੱਚ ਜੱਟ ਵਾਲੀ ਕਵਿਤਾ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ ਬਹੁਤ ਮਸ਼ਹੂਰ ਹੋਈ। ਚਾਤ੍ਰਿਕ ਗਰੀਬਾਂ, ਮਜ਼ਦੂਰਾਂ, ਕਿਰਤੀਆਂ ਦਾ ਸਦਾ ਹਮਦਰਦ ਸੀ। ਰਚਨਾਵਾਂ ਵਿੱਚ ਸਰਲਤਾ, ਸੁਭਾਵਿਕਤਾ ਅਤੇ ਮੁਹਾਵਰੇਦਾਰ ਰਵਾਨੀ ਦਾ ਸੁਮੇਲ ਮਿਲਦਾ ਹੈ। ਇਸੇ ਕਰਕੇ ਆਪ ਦੀਆਂ ਕਵਿਤਾਵਾਂ ਹਰਮਨ ਪਿਆਰੀਆਂ ਸਿੱਧ ਹੋਈਆਂ ਹਨ। ਸੋ ਬੇਟਾ, ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਵਿਸਾਖੀ ਦਾ ਮੇਲਾ 9ਵੀਂ ਜਮਾਤ ਦੇ ਸਿਲੇਬਸ ਵਿੱਚ ਲਗਾਈ ਗਈ ਹੈ। ਸੋ ਉਸ ਕਵਿਤਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਇਸ ਕਵਿਤਾ ਦਾ ਜੋ ਪ੍ਰਸੰਗ ਹੈ ਉਹ ਅਸੀਂ ਕਿਸ ਤਰ੍ਹਾਂ ਲਿਖਣਾ ਹੈ। ਪ੍ਰਸੰਗ ਵਿੱਚ ਬੇਟਾ ਖਾਸ ਗੱਲ ਦਾ ਜਿਹੜਾ ਧਿਆਨ ਦੇਣਾ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇਸ ਕਵਿਤਾ ਦੇ ਵਿੱਚ ਜੋ ਪ੍ਰਸੰਗ ਦਿੱਤਾ ਗਿਆ ਹੈ, ਆਓ ਉਸ 'ਤੇ ਝਾਤ ਮਾਰਦੇ ਹਾਂ ਕਿ ਜਦੋਂ ਅਸੀਂ ਉਪਰੋਕਤ ਸਤਰਾਂ ਦਾ ਪ੍ਰਸੰਗ ਲਿਖਣਾ ਹੈ ਤਾਂ ਕਿਵੇਂ ਲਿਖਾਂਗੇ। ਕਿ ਇਹ ਕਾਵਿ ਸਤਰਾਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿਸਾਖੀ ਦਾ ਮੇਲਾ ਵਿੱਚੋਂ ਲਈਆਂ ਗਈਆਂ ਹਨ ਜਾਂ ਲਈ ਗਈ ਹੈ। ਇਹ ਕਵਿਤਾ ਸਾਹਿਤਮਾਲਾ 9 ਪਾਠ ਪੁਸਤਕ ਵਿੱਚ ਦਰਜ ਹੈ। ਇਸ ਵਿੱਚ ਕਵੀ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦਾ ਵਰਣਨ ਕਰਦਾ ਹੈ ਜਾਂ ਕਵੀ ਨੇ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦਾ ਵਰਣਨ ਕੀਤਾ ਹੈ। ਇਹ ਮੇਲਾ ਫਸਲਾਂ ਦੇ ਪੱਕ ਜਾਣ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ। ਇਸ ਵਿੱਚ ਕਵੀ
ਬੇਲਾਂ ਬੂਟਿਆਂ ਅਤੇ ਰੁੱਖਾਂ ਉੱਤੇ ਆਏ ਜੋਬਨ ਨੂੰ ਵੀ ਰੂਪਮਾਨ ਕਰਦਾ ਹੈ ਜਾਂ ਕਵੀ ਨੇ ਰੂਪਮਾਨ ਕੀਤਾ ਹੈ। ਸੋ ਬੇਟਾ ਜਿਹੜੀਆਂ ਉਪਰੋਕਤ ਲਾਈਨਾਂ ਨੇ, ਆਓ ਅਸੀਂ ਉਹਨਾਂ ਦੇ ਔਖੇ ਸ਼ਬਦਾਂ ਦੇ ਅਰਥ ਜਾਣਦੇ ਹਾਂ। ਲੋਕਾਟ ਤੋਂ ਭਾਵ ਹੁੰਦਾ ਹੈ ਫਲ ਦੀ ਇੱਕ ਕਿਸਮ ਹੈ। ਰਸਿਆ ਤੋਂ ਭਾਵ ਹੈ ਰਸ ਪਿਆ, ਰਸ ਨਾਲ ਭਰ ਗਿਆ। ਹੱਸਿਆ ਤੋਂ ਭਾਵ ਖਿੜ ਪਿਆ। ਬਹਾਰ ਤੋਂ ਭਾਵ ਹੈ ਬਸੰਤ ਰੁੱਤ। ਲਿਫਾਫਿਆਂ ਜਾਂ ਲਿਫਾਈਆਂ, ਲਿਫਾਫਿਆਂ ਨਹੀਂ ਲਿਫਾਈਆਂ, ਲਿਫਾਈਆਂ ਤੋਂ ਭਾਵ ਨੀਚੇ ਨੂੰ ਝੁਕੀਆਂ ਹੋਈਆਂ। ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਬੇਟਾ ਫਲ ਲੱਗਦਾ ਨਾ ਬੇਰੀ ਦੇ ਉੱਪਰ, ਉਹਦੀਆਂ ਟਾਹਣੀਆਂ ਨੀਚੇ ਨੂੰ ਲੱਫ ਜਾਂਦੀਆਂ ਨੇ, ਨੀਚੇ ਨੂੰ ਝੁਕ ਜਾਂਦੀਆਂ ਨੇ। ਸਾਈਆਂ ਤੋਂ ਭਾਵ ਹੈ ਪ੍ਰਮਾਤਮਾ। ਨਿਗਾਹ ਤੋਂ ਭਾਵ ਹੁੰਦਾ ਹੈ ਨਜ਼ਰ। ਸਵੱਲੀ ਤੋਂ ਭਾਵ ਹੁੰਦਾ ਹੈ ਚੰਗੀ ਜਾਂ ਮੇਰਾਂ ਵਾਲੀ। ਸੋ ਬੇਟਾ ਉੱਪਰ ਅਸੀਂ ਲਾਈਨਾਂ ਵੇਖਦੇ ਹਾਂ। ਸੋ ਪਹਿਲਾਂ ਅਸੀਂ ਇਹਨਾਂ ਬਾਰੇ ਜਿਹੜੀ ਮੁੱਢਲੀ ਜਾਣਕਾਰੀ ਲਾਈਨਾਂ ਬਾਰੇ ਪਹਿਲਾਂ ਹੀ ਹਾਸਲ ਕਰ ਲਈ ਹੈ। ਸੋ ਬੇਟਾ ਜਦੋਂ ਵੀ ਅਸੀਂ ਪ੍ਰਸੰਗ ਲਿਖਣਾ ਤਾਂ ਪ੍ਰਸੰਗ ਲਿਖਣ ਲੱਗਿਆ ਅਸੀਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਉਹ ਕਿਹੜੀਆਂ ਖਾਸ ਗੱਲਾਂ ਹੁੰਦੀਆਂ ਨੇ, ਆਓ ਉਹਨਾਂ ਬਾਰੇ ਜਾਣਦੇ ਹਾਂ। ਕਿ ਸਭ ਤੋਂ ਪਹਿਲਾਂ ਜਿਵੇਂ ਲਾਈਨ ਦੇ ਵਿੱਚ ਲਿਖਿਆ ਕਿ ਪੱਕ ਪਈਆਂ ਕਣਕਾਂ, ਲੋਖਾਟ ਹੱਸਿਆ, ਇਹ ਲਾਈਨ ਅਸੀਂ ਐਜ ਇਟ ਐਜ ਇੱਦਾਂ ਹੀ ਲਿਖ ਲੈਣੀ ਆ। ਅਤੇ ਇਸ ਤੋਂ ਅੱਗੇ 4-5 ਡਾਟਸ ਲਗਾ ਲੈਣੇ ਨੇ ਜਿਵੇਂ ਫਿਲਿਪਸ ਹੁੰਦੀ ਆ। ਤੋ ਬੇਟਾ ਉਸ ਤੋਂ ਬਾਅਦ ਅਸੀਂ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਇਹ ਲਾਸਟ ਲਾਈਨ ਲਿਖ ਦੇਣੀ ਆ। ਸੋ ਡੰਡੀ ਲਗਾ ਦੇਣੀ ਹੈ ਅਤੇ ਉਸ ਤੋਂ ਨੀਚੇ ਪ੍ਰਸੰਗ ਲਿਖਣਾ, ਜੋ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਕਿ ਕਿਸ ਤਰ੍ਹਾਂ ਲਿਖਣਾ। ਸੋ ਉਸ ਤੋਂ ਬਾਅਦ ਲਿਖਾਂਗੇ ਵਿਆਖਿਆ। ਸੋ ਆਓ ਇਹਨਾਂ ਲਾਈਨਾਂ ਨੂੰ ਪੜ੍ਹਦੇ ਹਾਂ ਅਤੇ ਨੀਚੇ ਪ੍ਰਸੰਗ ਤੁਹਾਨੂੰ ਦੱਸ ਦਿੱਤਾ ਗਿਆ ਹੈ ਅਤੇ ਫਿਰ ਅਸੀਂ ਪੜ੍ਹਾਂਗੇ ਵਿਆਖਿਆ। ਪੱਕ ਪਈਆਂ ਕਣਕਾਂ ਲੋਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ। ਪੁੰਗਰੀਆਂ ਵੱਲਾਂ, ਇੱਥੇ ਲਿਖਿਆ ਸੀ ਵੱਲਾਂ, ਬੇਲਾਂ ਰੁੱਖ ਚੜ੍ਹੀਆਂ। ਫੁੱਲ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਬੇਟਾ ਪ੍ਰਸੰਗ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਹੈ। ਇਹਦੇ ਵਿੱਚ ਅਸੀਂ ਕਵੀ ਦੀ ਕਵਿਤਾ ਦਾ ਜ਼ਿਕਰ ਕਰਨਾ, ਕਵੀ ਦਾ ਜ਼ਿਕਰ ਕਰਨਾ, ਕਿਹੜੀ ਪਾਠ ਪੁਸਤਕ ਵਿੱਚੋਂ ਲਈਆਂ ਗਈਆਂ ਨੇ ਸਤਰਾਂ, ਉਹਨਾਂ ਦਾ ਜ਼ਿਕਰ ਕਰਨਾ ਅਤੇ ਇਸ ਕਵਿਤਾ ਵਿੱਚ ਕਿਸ ਕਿਸ ਗੱਲ ਬਾਰੇ ਜ਼ਿਕਰ ਕੀਤਾ ਗਿਆ, ਇਸ ਲਾਈਨਾਂ ਵਿੱਚ ਕਿਸ ਗੱਲ ਦੇ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਉਹਨੂੰ ਅਸੀਂ ਪ੍ਰਸੰਗ ਦੇ ਵਿੱਚ ਅੰਸ਼ਕ ਰੂਪ ਦੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਦੇ ਰੂਪ ਵਿੱਚ ਲਿਖ ਦੇਣਾ ਹੈ। ਸੋ ਆਓ ਪੜ੍ਹਦੇ ਹਾਂ ਉਪਰੋਕਤ ਜੋ ਲਾਈਨਾਂ ਨੇ ਉਹਨਾਂ ਦੇ ਅਰਥ। ਕਿ ਕਵੀ ਕਹਿੰਦਾ ਹੈ ਕਿ ਕਣਕਾਂ ਪੱਕ ਕੇ ਤਿਆਰ ਹੋ ਗਈਆਂ ਹਨ। ਲੁਗਾਠਾਂ, ਲੁਗਾਠ ਬੇਟਾ ਇੱਕ ਛੋਟਾ ਜਿਹਾ ਪੀਲੇ ਜਿਹੇ ਰੰਗ ਦਾ ਫਲ ਹੁੰਦਾ ਹੈ, ਵੱਡੀ ਸਾਰੀ ਗਿਟਕ ਹੁੰਦੀ ਆ, ਉੱਪਰੋਂ ਛਿੱਲ ਕੇ ਉਹਨੂੰ ਖਾਂਦੇ ਹਾਂ, ਰਸੀਲਾ ਹੁੰਦਾ, ਖੱਟਾ ਮਿੱਠਾ ਵੀ ਹੁੰਦਾ ਅਤੇ ਜਦੋਂ ਇਹ ਪੂਰੀ ਤਰ੍ਹਾਂ ਪੱਕ ਜਾਂਦਾ ਤਾਂ ਬੜਾ ਰਸੀਲਾ ਫਲ ਹੈ। ਲੁਗਾਠ, ਲੱਲੇ ਨੂੰ ਔਂਕੜ, ਗੱਗੇ ਨੂੰ ਕਰਨਾ ਠੱਠਾ, ਉੱਪਰ ਬਿੰਦੀ ਲੋ ਗਾਠਾਂ। ਲੁਗਾਠਾਂ ਤੋਂ ਭਾਵ ਇਹਨੂੰ ਲੋਕ-ਆਟ ਵੀ ਕਹਿ ਦਿੰਦੇ ਨੇ, ਲੋਕ-ਆਟ ਵੀ ਕਹਿ ਦਿੰਦੇ ਨੇ ਆਮ ਖੇਤਰੀ ਭਾਸ਼ਾ ਜਦੋਂ ਅਸੀਂ ਵਰਤਦੇ ਹਾਂ। ਲੁਗਾਠਾਂ ਵਿੱਚ ਰਸ ਪੈ ਗਿਆ ਹੈ, ਅੰਬਾਂ ਦੇ ਬੂਟਿਆਂ ਨੂੰ ਅੰਬੂਰ ਲੱਗ ਗਿਆ ਹੈ, ਭਾਵ ਉਹਨਾਂ ਦੇ ਉੱਪਰ ਅੰਬੀਆਂ ਲੱਗਣ ਲਈ ਛੋਟੇ ਛੋਟੇ ਫੁੱਲ ਲੱਗ ਗਏ ਹਨ। ਗੁਲਾਬ ਦੇ ਫੁੱਲ ਖਿੜ ਪਏ ਹਨ, ਗੁਲਾਬ ਦੇ ਫੁੱਲਾਂ ਦੇ ਉੱਪਰ ਵੀ ਰੌਣਕ ਆ ਗਈ ਹੈ, ਗੁਲਾਬ ਦੇ ਫੁੱਲ ਖਿੜੇ ਪਏ ਹਨ। ਬਸੰਤ ਦੀ ਰੁੱਤ ਨੇ ਬਾਗਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ। ਬਸੰਤ ਰਿਤੂ ਆਉਣ 'ਤੇ ਬੇਟਾ ਚਾਰੇ ਪਾਸੇ ਬਾਗਾਂ ਦੇ ਵਿੱਚ ਸੋਹਣੇ ਫੁੱਲ ਖਿੜ ਜਾਂਦੇ ਹਨ। ਬੇਰੀਆਂ ਦੇ ਦਰੱਖਤਾਂ ਦੀਆਂ ਟਹਿਣੀਆਂ ਬੇਰਾਂ ਦੇ ਭਾਰ ਨਾਲ ਨੀਵੀਆਂ ਹੋ ਗਈਆਂ ਹਨ, ਭਾਵ ਕਿ ਬੇਰੀਆਂ ਦੇ ਉੱਪਰ ਜਿਹੜਾ ਫਲ ਆ ਬੇਟਾ ਜਿਵੇਂ ਪਿਉਂਦੀ ਬੇਰੀ ਆ, ਪਿਉਂਦ, ਇਹ ਪਿਉਂਦੀ ਬੇਰੀਆਂ ਨੇ ਟਾਹਣੀਆਂ ਨੂੰ ਨੀਚੇ ਵੱਲ ਝੁਕਾ ਦਿੱਤਾ ਹੈ। ਦਰੱਖਤਾਂ ਨਾਲ ਚਿੰਬੜੀਆਂ ਬੇਲਾਂ ਵੀ ਪੁੰਗਰ ਪਈਆਂ ਹਨ। ਜਿਹੜੀਆਂ ਦਰੱਖਤਾਂ ਨਾਲ ਬੇਲਾਂ ਤਾਹਾਂ ਚੜ੍ਹਦੀਆਂ ਨੇ ਬੇਟਾ, ਜਿਵੇਂ ਕੱਦੂ ਹੋ ਗਿਆ, ਤੋਰੀਆਂ ਹੋ ਗਈਆਂ, ਅਤੇ ਜਿਵੇਂ ਅਸੀਂ ਕਹਿੰਦੇ ਹਾਂ ਕਰੇਲਾ ਹੋ ਗਿਆ, ਝਾੜ ਕਰੇਲਾ ਹੋ ਗਿਆ ਬੇਟਾ, ਇਸ ਤਰ੍ਹਾਂ ਜਿਹੜੀਆਂ ਬੇਲਾਂ ਦਰੱਖਤਾਂ 'ਤੇ ਚੜ੍ਹਦੀਆਂ ਨੇ ਕਿ ਉਹ ਵੀ ਪੁੰਗਰ ਪਈਆਂ ਹਨ। ਫੁੱਲਾਂ ਦੇ ਹੇਠਾਂ ਫਲ ਲੱਗ ਗਏ ਹਨ। ਸੋ ਬੇਟਾ ਇੱਕ ਛੋਟੀ ਜਿਹੀ ਡੋਡੀ ਜਿਹੀ ਹੁੰਦੀ ਆ, ਜਿਵੇਂ ਸਪੋਜ਼ ਕਰੋ ਕਿ ਅਮਰੂਦ ਲੱਗਣਾ, ਸੋ ਇੱਕ ਤਾਂ ਇਕੱਲਾ ਫੁੱਲ ਲੱਗਦਾ ਬੇਟਾ, ਉਹ ਤਾਂ ਝੜ ਜਾਂਦਾ। ਸੋ ਇੱਕ ਛੋਟੀ ਜਿਹੀ ਡੋਡੀ ਜਿਹੀ ਹੁੰਦੀ ਹੈ ਬੇਟਾ, ਛੋਟਾ ਜਿਹਾ ਫਲ ਹੁੰਦਾ, ਅਮਰੂਦ ਬਹੁਤ ਛੋਟੇ ਸ਼ੇਪ 'ਚ ਹੁੰਦਾ ਅਤੇ ਉਹਦੇ ਉੱਪਰ ਫੁੱਲ ਲੱਗਦਾ, ਫੁੱਲ ਝੜ ਜਾਂਦਾ ਬੇਟਾ, ਫਿਰ ਉਹ ਨੀਚੇ ਜਿਹੜਾ ਉਹ ਫਲ ਆ ਉਹ ਫਿਰ ਉਹਦੇ ਵਿੱਚ ਪਲਦਾ, ਉਹ ਵੱਡਾ ਹੋ ਜਾਂਦਾ, ਫਿਰ ਅਸੀਂ ਉਹਨੂੰ ਤੋੜਦੇ ਹਾਂ, ਪਕਾਉਂਦੇ ਹਾਂ ਅਤੇ ਖਾਂਦੇ ਹਾਂ। ਫੁੱਲਾਂ ਦੇ ਹੇਠਾਂ ਫਲ ਲੱਗ ਗਏ ਹਨ, ਪਰਮਾਤਮਾ ਦੀ ਦੁਨੀਆ ਉੱਤੇ ਮਿਹਰ ਹੈ, ਵੀ ਚਾਰੇ ਪਾਸੇ ਰੌਣਕਾਂ ਨੇ, ਵਾਹਿਗੁਰੂ ਦੀ ਕਿਰਪਾ ਸਾਰੀ ਦੁਨੀਆ ਦੇ ਉੱਪਰ।
ਕਵੀ ਨੇ ਆਪਣੀ ਪ੍ਰੇਮੀਆਂ ਨੂੰ, ਆਪਣੀ ਪ੍ਰੇਮਿਕਾ ਨੂੰ, ਆਪਣੀ ਪਤਨੀ ਨੂੰ ਜਾਂ ਆਪਣੇ ਚਹੇਤੇ ਨੂੰ, ਕੋਈ ਵੀ ਬੰਦਾ ਜਿਹਨੂੰ ਤੁਸੀਂ ਪ੍ਰੇਮ ਕਰਦੇ ਹੋ ਉਹਨੂੰ ਕਹਿੰਦੇ ਹੋ ਵੀ ਆ ਭਾਈ ਮੇਲੇ ਨੂੰ ਚੱਲੀਏ। ਸੋ ਜਿਹੜਾ ਕਵੀ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ, ਪ੍ਰੇਮੀਆਂ ਨੂੰ ਕਹਿੰਦਾ ਹੈ ਕਿ ਆਓ ਆਪਾਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲੈਣ ਚੱਲੀਏ। ਸੋ ਇਹ ਬੇਟਾ ਪਹਿਲੀਆਂ ਲਾਈਨਾਂ ਸੀ। ਸੋ ਆਓ ਉਸੇ ਤਰ੍ਹਾਂ ਦੂਸਰੀਆਂ ਲਾਈਨਾਂ ਨੂੰ ਪੜ੍ਹਦੇ ਹਾਂ ਅਤੇ ਉਸੇ ਤਰ੍ਹਾਂ ਉਹਨਾਂ ਦਾ ਜਿਹੜਾ ਪ੍ਰਸੰਗ ਹੈ ਬੇਟਾ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਗਿਆ ਐਜ਼ ਇਟ ਐਜ਼ ਉੱਦਾਂ ਹੀ ਲਿਖਣਾ ਅਤੇ ਵਿਆਖਿਆ ਦੀ ਆਪਾਂ ਨੀਚੇ ਸਮਝਾਂਗੇ। ਕਹਿੰਦਾ ਦੂਰ ਦੂਰ ਥਾਂੋਂ ਬਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਅਤੇ ਫੀਤੇ ਲਿਆਏ ਨੇ, ਗਾਜਰਿਆਂ ਅਤੇ ਵੰਗਾਂ ਦਾ ਨਾ ਅੰਤ ਕੋਈਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਬੇਟਾ ਔਖੇ ਸ਼ਬਦਾਂ ਦੇ ਅਰਥ ਜਾਣਦੇ ਹਾਂ ਕਿ ਵਣਜਾਰੇ ਤੋਂ ਭਾਵ ਹੁੰਦਾ ਬੇਟਾ ਸੁਦਾਗਰ, ਵਪਾਰੀ। ਕੁੱਜਾਂ ਅਤੇ ਫੀਤੇ ਬੇਟਾ ਦੁਪੱਟਿਆਂ ਉੱਪਰ ਲਾਉਣ ਵਾਲੀਆਂ ਕਿਨਾਰੀਆਂ ਜਿਹਨੂੰ ਲੈਸ ਕਹਿੰਦੇ ਆ। ਝੂਠੇ ਤੋਂ ਭਾਵ ਹੁੰਦਾ ਨਕਲੀ ਗਹਿਣੇ, ਜਿਹੜੇ ਆਰਟੀਫਿਸ਼ਲ ਗਹਿਣੇ ਬੇਟਾ ਤੁਹਾਨੂੰ ਉੱਥੇ ਮਾਰਕੀਟ 'ਚੋਂ ਮਿਲਦੇ ਨੇ, ਮੇਲੇ 'ਚੋਂ ਮਿਲਦੇ ਨੇ। ਸ਼ੌਂਕੀਆਂ ਤੋਂ ਭਾਵ ਹੈ ਸ਼ੌਕੀਨਾ, ਚਾਅ ਵਾਲੇ। ਖੱਲੀਏ ਵੀ ਖੜੀ ਹੈ ਕਿਉਂ ਖਲੋਤੀਆਂ, ਚੱਲ ਮੇਲੇ ਨੂੰ ਚੱਲੀਏ। ਅੱਗੇ ਪ੍ਰਸੰਗ ਬੇਟਾ ਐਜ ਇਟ ਐਜ ਉੱਦਾਂ ਹੀ ਲਿਖਣਾ, ਕਵੀ ਦਾ ਨਾਮ, ਕਵਿਤਾ ਦਾ ਨਾਮ, ਪਾਠ ਪੁਸਤਕ। ਸੋ ਆਓ ਪੜ੍ਹਦੇ ਹਾਂ ਇਹ ਉਪਰੋਕਤ ਲਾਈਨਾਂ ਦੀ ਜੋ ਵਿਆਖਿਆ ਹੈ, ਇਸ ਲਾਈਨਾਂ ਦੇ ਅਰਥ ਹਨ। ਕਵੀ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ ਦੂਰੋਂ ਵਣਜਾਰੇ ਸੋਹਣੀਆਂ ਸੋਹਣੀਆਂ ਕੁੱਜਾਂ, ਫੀਤੇ, ਗਾਜਰੇ, ਵੰਗਾਂ ਤੋਂ ਭਾਵ ਚੂੜੀਆਂ ਵੇਚਣ ਲਈ ਲਿਆਏ ਹਨ। ਮੇਲੇ ਵਿੱਚ ਬਣਾਉਟੀ ਗਹਿਣਿਆਂ ਦਾ ਬਾਜ਼ਾਰ ਵੀ ਸਜਿਆ ਹੋਇਆ ਹੈ। ਹਲਵਾਈਆਂ ਨੇ ਬਹੁਤ ਸਾਰੀਆਂ ਮਠਿਆਈਆਂ ਦੀਆਂ ਦੁਕਾਨਾਂ ਲਾਈਆਂ ਹੋਈਆਂ ਹਨ ਅਤੇ ਹੋਰ ਕਈ ਚੀਜ਼ਾਂ ਵੇਚਣ ਲਈ ਆਈਆਂ ਹੋਈਆਂ ਹਨ। ਮੇਲਾ ਵੇਖਣ ਅਤੇ ਚੀਜ਼ਾਂ ਖਰੀਦਣ ਵਾਲਿਆਂ ਦੀਆਂ ਦੁਕਾਨਾਂ 'ਤੇ ਬੜੀ ਭੀੜ ਹੈ। ਕਵੀ ਆਪਣੀ ਪ੍ਰੇਮੀਆਂ ਨੂੰ ਕਹਿੰਦਾ ਹੈ ਕਿ ਆਓ ਆਪਾਂ ਵੀ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਸੋ ਬੇਟਾ ਇਹ ਦ੍ਰਿਸ਼ ਆ, ਜਿਵੇਂ ਮੇਲੇ ਦੇ ਵਿੱਚ ਵੱਖੋ ਵੱਖ ਦੁਕਾਨਾਂ ਲਾਉਂਦੇ ਨੇ ਲੋਕ, ਬਹੁਤ ਸਾਰੀਆਂ ਚੀਜ਼ਾਂ ਉੱਤੇ ਸਾਨੂੰ ਜੋ ਅਸੀਂ ਖਰੀਦਦੇ ਹਾਂ, ਸਾਨੂੰ ਖਰੀਦਦਾਰੀ ਕਰਦੇ ਹਾਂ। ਨਕਲੀ ਗਹਿਣੇ ਜਿਵੇਂ ਸ਼ਾਂਪਾਂ, ਛੱਲੇ, ਕੜੇ, ਗਾਜਰੇ, ਚੂੜੀਆਂ, ਵੰਗਾਂ, ਜੋ ਵੀ ਅਸੀਂ ਕੁੜੀਆਂ ਚੜ੍ਹਾਉਂਦੀਆਂ ਨੇ, ਡੋਰੀਆਂ, ਇਹ ਸਾਰੀਆਂ ਕੁੜੀਆਂ ਆਪਣਾ ਜੋ ਸਾਜੋ ਸਮਾਨ ਆਰ ਸ਼ਿੰਗਾਰ ਦਾ ਉੱਥੋਂ ਖਰੀਦਦੀਆਂ ਨੇ। ਨਕਲੀ ਗਹਿਣੇ ਹੁੰਦੇ ਨੇ ਬੇਟਾ। ਸੋ ਖਾਣ ਪੀਣ ਦੇ ਸ਼ੌਕੀਨ, ਕਿਸੇ ਨੇ ਲੱਡੂ, ਕਿਸੇ ਨੇ ਜਲੇਬੀਆਂ, ਕਿਸੇ ਨੇ ਪਕੌੜੇ ਖਾਣੇ ਨੇ, ਉਹ ਜਿਹੜੇ ਮਰਦ ਨੇ, ਔਰਤਾਂ ਨੇ ਸਾਂਝੇ ਰੂਪ ਦੇ ਵਿੱਚ ਬੇਟਾ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਨੇ। ਸੋ ਇਸ ਤਰ੍ਹਾਂ ਜਿਹੜਾ ਮੇਲਾ ਉਹਦਾ ਬੜਾ ਹੀ ਜਿਹੜਾ ਦ੍ਰਿਸ਼ ਆ, ਬਹੁਤ ਮਨਮੋਹਕ ਦ੍ਰਿਸ਼ ਆ, ਕਵੀ ਇਹਨੂੰ ਬਿਆਨ ਕਰਦਾ ਹੈ। ਸੋ ਅੱਗੇ ਪੜ੍ਹਦੇ ਹਾਂ 3 ਨੰਬਰ। ਕਹਿੰਦਾ ਥਾਈਂ ਥਾਈਂ ਖੇਡਾਂ 'ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸੇ ਲਾਏ ਨੇ, ਵੰਜਲੀ ਲਗੋਜਾ ਕਾਟੋ ਤੂੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੋਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਆਓ ਪੜ੍ਹਦੇ ਹਾਂ ਜੀ ਔਖੇ ਸ਼ਬਦਾਂ ਦੇ ਅਰਥ। ਥਾਈਂ ਥਾਈਂ ਤੋਂ ਭਾਵ ਹੁੰਦਾ ਹੈ ਹਰ ਥਾਂ 'ਤੇ। ਛਿੰਝ ਤੋਂ ਭਾਵ ਹੈ ਘੋਲ, ਜਿੱਥੇ ਕੁਸ਼ਤੀ ਹੁੰਦੀ ਹੈ ਪਹਿਲਵਾਨਾਂ ਦੀ। ਵੰਜਲੀ ਬੇਟਾ ਇੱਕ ਬੰਸਰੀ ਜਿਵੇਂ ਬੰਸਰੀ ਹੁੰਦੀ ਆ, ਉਸ ਨੂੰ ਵੰਜਲੀ ਕਹਿੰਦੇ ਆ। ਅਲਗੋਜਾ ਬੰਸਰੀ ਵਰਗਾ ਇੱਕ ਲੋਕ ਸਾਜ਼, ਜਿਹਨੂੰ ਮਲਵਈ ਗਿੱਧੇ ਦੇ ਵਿੱਚ ਅਤੇ ਗਿੱਧੇ ਦੇ ਵਿੱਚ ਇੱਕ ਲੋਕ ਸਾਜ਼ ਦੇ ਤੌਰ 'ਤੇ ਵਰਤਦੇ ਆ ਬੇਟਾ। 2 ਬੰਸਰੀਆਂ ਨੂੰ ਸਮਝ ਲਓ ਇਕੱਠੀਆਂ ਕਰਕੇ ਮੂੰਹ ਦੇ ਵਿੱਚ ਜਦੋਂ ਪਾ ਕੇ ਵਜਾਉਂਦੇ ਆ, ਉਹ ਅਲਗੋਜੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਕੱਠੇ ਤੋਂ ਭਾਵ ਹੁੰਦਾ ਹੈ ਇਕੱਠ। ਮੱਲੀਏ ਥਾਂ ਘੇਰੀਏ, ਵੀ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਵੀ ਥਾਂ ਘੇਰੀ ਹੋਈ ਹੈ। ਸੂਰੇ ਤੋਂ ਭਾਵ ਸੂਰਮੇ, ਕੋਹ ਤੋਂ ਭਾਵ ਹੈ ਲਗਭਗ 2 ਕਿਲੋਮੀਟਰ ਦਾ ਫਾਸਲਾ। ਆਓ ਜੀ ਪ੍ਰਸੰਗ ਬਿਲਕੁਲ ਉਸੇ ਤਰ੍ਹਾਂ ਮੇਲੇ ਦਾ, ਕਵਿਤਾ ਦਾ ਨਾਮ, ਕਵੀ ਦਾ ਨਾਮ, ਪਾਠ ਪੁਸਤਕ ਦਾ ਜ਼ਿਕਰ। ਸੋ ਆਓ ਪੜ੍ਹਦੇ ਹਾਂ ਜੀ ਇਸ ਕਵਿਤਾ ਨਾਲ ਸੰਬੰਧਿਤ ਜੋ ਉੱਪਰ ਲਾਈਨਾਂ ਸੀ ਉਹਨਾਂ ਦੀ ਵਿਆਖਿਆ। ਕਿ ਮੇਲੇ ਵਿੱਚ ਕਈ ਥਾਵਾਂ 'ਤੇ ਝੂਟੇ ਲੈਣ ਵਾਲੇ ਭੰਗੂੜੇ ਲੱਗੇ ਹੋਏ ਹਨ। ਚੰਡੋਲ ਬੇਟਾ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਛੋਟੇ ਬੱਚਿਆਂ ਦੇ ਖੇਡਾਂ ਵਾਲੇ ਹੁੰਦੇ ਨੇ, ਇੱਕ ਜਿਵੇਂ ਨੌਜਵਾਨ ਮੁੰਡੇ ਬੱਚੇ ਵੀ ਉਹ 'ਚ ਝੂਟੇ ਲੈ ਸਕਦੇ ਨੇ। ਮੇਲੇ ਵਿੱਚ ਕਈ ਥਾਵਾਂ 'ਤੇ ਝੂਟੇ ਲੈਣ ਵਾਲੇ ਭੰਗੂੜੇ ਲੱਗੇ ਹੋਏ ਹਨ। ਜੋਗੀ ਅਤੇ ਮਦਾਰੀ ਆਪਣਾ ਆਪਣਾ ਤਮਾਸ਼ਾ ਵਿਖਾ ਰਹੇ ਹਨ। ਜੋਗੀ ਸੱਪ ਦਿਖਾਉਂਦੇ ਨੇ ਬੇਟਾ, ਡੁੱਗ 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 ਕਰਕੇ, ਜੋ
ਮਦਾਰੀ ਤਮਾਸ਼ਾ ਦਿਖਾਉਂਦੇ ਨੇ, ਕਿਤੇ ਰਿੱਛ ਦਾ ਤਮਾਸ਼ਾ ਚੱਲ ਰਿਹਾ, ਕਿਤੇ ਬਾਂਦਰ ਦਾ ਤਮਾਸ਼ਾ ਚੱਲ ਰਿਹਾ। ਸੋ ਬੇਟਾ ਇਸ ਤਰ੍ਹਾਂ ਮਦਾਰੀ ਆਪਣਾ ਤਮਾਸ਼ਾ ਵਿਖਾ ਰਹੇ ਹਨ। ਮੇਲੇ ਵਿੱਚ ਵੰਝਲੀ, ਅਲਗੋਜਾ, ਕਾਟੋ ਅਤੇ ਤੂੰਬਾ ਆਦਿ ਸਾਜ਼ ਵੱਜ ਰਹੇ ਹਨ। ਸੋ ਗਾਉਣ ਦੇ ਸ਼ੌਕੀਨ ਨੇ ਜਿਹੜੇ ਮੇਲੇ ਦੇ ਵਿੱਚ, ਕੋਈ ਸਿੰਗਰ ਲੱਗਿਆ, ਕਈ ਲੋਕਾਂ ਨੇ ਅਲਗੋਜੇ ਅਤੇ ਵੰਝਲੀ, ਕਾਟੋ, ਤੂੰਬੇ ਖਰੀਦੇ ਨੇ, ਉਹ ਆਪਣੀਆਂ ਧੁਨਾਂ ਵਜਾਉਂਦੇ ਮਸਤ ਨੇ ਆਪਣੇ ਜੀਵਨ ਦੇ ਵਿੱਚ। ਬਹੁਤ ਸਾਰੇ ਗਾਇਕ ਗਾਣਾ ਗਾ ਰਹੇ ਨੇ, ਕੋਈ ਢੋਲ ਵੱਜ ਰਿਹਾ, ਕੋਈ ਭੰਗੜਾ ਪਾ ਰਿਹਾ। ਸੋ ਸਾਰੇ ਲੋਕ ਮੇਲੇ ਦੇ ਵਿੱਚ ਮਸਤ ਮਾਹੌਲ ਹੈ। ਘੋਲ ਦੇ ਮੈਦਾਨ ਵਿੱਚ ਘੁਰਨ ਵਾਲੇ ਬਹਾਦਰ ਪਹਿਲਵਾਨ ਬੜਕਾ ਮਾਰ ਰਹੇ ਨੇ, ਉੱਥੇ ਥਾਪੀਆਂ ਮਾਰਨ ਕਿ ਆਓ ਜੇ ਕਿਸੇ ਦੇ ਸਰੀਰ 'ਚ ਤਾਕਤ ਹੈ ਸਾਡੇ ਨਾਲ ਘੁਲੋ। ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਜਹਾਨ ਦਾ ਸ਼ੋਰ ਮੇਲੇ ਵਿੱਚ ਪੈ ਰਿਹਾ ਹੈ। ਸੋ ਇੰਨਾ ਭੀੜ ਭੜੱਕਾ ਰੌਲਾ ਉਸ ਮੇਲੇ ਦੇ ਵਿੱਚ। ਭੀੜ ਵਿੱਚ ਮੋਢੇ ਨਾਲ ਮੋਢਾ ਖਹਿ ਰਿਹਾ ਹੈ ਕਿ ਲੋਕ ਇੱਕ ਦੂਜੇ ਵਿੱਚ ਵੱਜ ਕੇ ਅੱਗੇ ਚੱਲ ਰਹੇ ਨੇ ਕਿ ਇੰਨੀ ਭੀੜ ਹੈ ਵਿਸਾਖੀ ਦੇ ਮੇਲੇ ਵਿੱਚ। ਮੇਲੇ ਦੀਆਂ ਰੌਣਕਾਂ ਕੋਹਾਂ ਤੱਕ ਫੈਲੀਆਂ ਹੋਈਆਂ ਹਨ, ਭਾਵ ਦੂਰ ਦੂਰ ਤੱਕ ਮੇਲਾ ਲੱਗਿਆ ਹੋਇਆ ਹੈ। ਕਵੀ ਆਪਣੇ ਪ੍ਰੇਮੀਆਂ ਤੋਂ ਭਾਵ ਜਿਨ੍ਹਾਂ ਨੂੰ ਕੋਈ ਵੀ ਤੁਸੀਂ ਅਸੀਂ ਆਪਾਂ ਜਿਹਨਾਂ ਨੂੰ ਪਿਆਰ ਕਰਦੇ ਹਾਂ, ਤੁਹਾਡੇ ਭੈਣ ਭਰਾ ਵੀ ਹੋ ਸਕਦੇ ਨੇ, ਤੁਹਾਡੇ ਦੋਸਤ ਵੀ ਹੋ ਸਕਦੇ ਨੇ, ਤੁਹਾਡੇ ਮਾਤਾ ਪਿਤਾ ਵੀ ਹੋ ਸਕਦੇ ਨੇ, ਅਤੇ ਤੁਹਾਡੀ ਪ੍ਰੇਮਿਕਾ ਵੀ ਹੋ ਸਕਦੀ ਹੈ। ਸੋ ਇਸ ਤਰ੍ਹਾਂ ਹੁਣ ਆਪਣੇ ਪ੍ਰੇਮੀਆਂ ਨੂੰ ਜਦੋਂ ਅਸੀਂ ਕਹਿੰਦੇ ਹਾਂ, ਪ੍ਰੇਮੀਆਂ ਤੋਂ ਭਾਵ ਜਿਨ੍ਹਾਂ ਨੂੰ ਕਵੀ ਪਿਆਰ ਕਰਦਾ, ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿ ਰਿਹਾ ਕਿ ਚਲੋ ਵੀ ਪ੍ਰੇਮੀਓ ਆਪਾਂ ਮੇਲੇ ਦੇ ਵਿੱਚ ਆਨੰਦ ਲਈਏ, ਮੇਲਾ ਵੇਖ ਕੇ ਆਉਂਦੇ ਹਾਂ। ਕਿਹੜਾ ਮੇਲਾ? ਵਿਸਾਖੀ ਦਾ ਮੇਲਾ। ਕਹਿੰਦਾ ਹੈ ਕਿ ਆਓ ਅਸੀਂ ਵੀ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਸੋ ਜੀ ਇਹ ਕਵਿਤਾ ਦੇ ਨਾਲ ਸੰਬੰਧਿਤ ਜਿਹੜੇ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਪੇਪਰ ਦੇ ਵਿੱਚ, ਕੁਝ ਲੌਂਗ ਕੁਐਸਚਨ ਜਿਹੜੇ ਇਸ ਕਵਿਤਾ ਦੇ ਆਧਾਰ 'ਤੇ ਤੁਹਾਨੂੰ ਪੁੱਛੇ ਜਾ ਸਕਦੇ ਨੇ। ਆਓ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਕਿ ਪ੍ਰਸ਼ਨ ਨੰਬਰ ਪਹਿਲਾ, ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਨੇ ਮੇਲੇ ਦਾ ਜੋ ਚਿੱਤਰ ਪੇਸ਼ ਕੀਤਾ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਹੈ, ਇਸ ਕਵਿਤਾ ਵਿੱਚ ਕਵੀ ਨੇ ਵਿਸਾਖੀ ਦੇ ਮੇਲੇ ਦਾ ਚਿੱਤਰ ਪੇਸ਼ ਕੀਤਾ ਹੈ। ਇਸ ਵਿੱਚ ਮੇਲੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਕਵੀ ਨੇ ਜੋ ਤੁਹਾਨੂੰ ਦੱਸਣ ਦੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ। ਹੁਣ ਅਸੀਂ ਕੀ ਲਿਖਦੇ ਹਾਂ ਕਿ ਕਵੀ ਕਹਿੰਦਾ ਹੈ ਕਿ ਮੇਲੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਹਨ, ਦੂਰ ਦੂਰ ਤੱਕ ਬਾਜ਼ਾਰ ਸਜਾਏ ਜਾਂਦੇ ਹਨ ਅਤੇ ਵਣਜਾਰੇ ਸੋਹਣੀਆਂ ਸੋਹਣੀਆਂ ਕੁੱਜਾਂ, ਪੀਤੇ, ਗਾਜਰੇ, ਬੰਗਾਂ ਅਤੇ ਬਨੌਟੀ ਗਹਿਣੇ ਵੇਚਣ ਲਈ ਆਉਂਦੇ ਹਨ। ਹਲਵਾਈ ਵੀ ਮਠਿਆਈਆਂ ਵੇਚਦੇ ਹਨ, ਘੋਲ ਵੀ ਹੁੰਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਕਰਤੱਵ ਦਿਖਾਏ ਜਾਂਦੇ ਹਨ। ਮੇਲੇ ਵਿੱਚ ਗਾਣੇ ਵੀ ਚੱਲ ਰਹੇ ਹਨ, ਤਮਾਸ਼ੇ ਵੀ ਹੋ ਰਹੇ ਹਨ, ਖਾਣ ਪੀਣ ਦੇ ਸ਼ੌਕੀਨ ਦੁਕਾਨਾਂ ਦੇ ਉੱਪਰ ਭੀੜ ਵੀ ਲਾਈ ਖੜ੍ਹੇ ਹਨ, ਲੋਕ ਖਰੀਦਦਾਰੀ ਵੀ ਕਰ ਰਹੇ ਹਨ, ਲੋਕ ਰੰਗ ਬਿਰੰਗੇ ਕੱਪੜੇ ਪਾ ਕੇ ਮੇਲੇ ਵਿੱਚ ਘੁੰਮ ਰਹੇ ਹਨ। ਸੋ ਬੇਟਾ ਬਹੁਤ ਸਾਰੀਆਂ ਗੱਲਾਂ ਤੁਸੀਂ ਮੇਲੇ ਦੇ ਸੰਬੰਧ ਵਿੱਚ ਆਪਣੇ ਕੋਲੋਂ ਇਹਦੇ ਵਿੱਚ ਐਡ ਕਰ ਸਕਦੇ ਹੋ, ਕਿਉਂਕਿ ਉੱਤਰ ਤੁਸੀਂ ਆਪਣੇ ਸ਼ਬਦਾਂ ਵਿੱਚ ਦੇਣਾ ਹੈ। ਅੱਗੇ ਹੈ, ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਿਹੜੇ ਕਿਹੜੇ ਸਾਜ਼ਾਂ ਦਾ ਜ਼ਿਕਰ ਆਇਆ ਹੈ? ਲੋਕ ਸਾਜ਼ ਬੇਟਾ ਕਿਹੜੇ ਕਿਹੜੇ ਵੱਜ ਰਹੇ ਨੇ? ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਧਨੀ ਰਾਮ ਚਾਤ੍ਰਿਕ ਦੁਆਰਾ ਮੇਲੇ ਵਿੱਚ ਵੰਝਲੀ, ਅਲਗੋਜਾ, ਕਾਟੋ, ਤੂੰਬਾ ਆਦਿ ਸਾਜ਼ਾਂ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ। ਵੰਝਲੀ ਬੇਟਾ ਬੰਸਰੀ ਨੂੰ ਥੋੜ੍ਹਾ ਵੱਡਾ ਕਰ ਦਿਓ, ਇਸ ਤਰ੍ਹਾਂ ਦੀ ਹੁੰਦੀ ਆ। ਅਲਗੋਜਾ ਬੇਟਾ ਦੋ ਬੰਸਰੀਆਂ ਨੂੰ ਛੋਟੀਏ ਰੂਪ ਦੇ ਵਿੱਚ ਇਕੱਠੀਆਂ ਕਰਕੇ ਜਦੋਂ ਤੁਸੀਂ ਇੱਕ ਟਾਈਮ ਜਿਹੜਾ ਉਹਨੂੰ ਪਲੇ ਕਰਦਾ ਹੈ, ਕੋਈ ਉਹਦਾ ਸੰਗੀਤਕਾਰ ਜਾਂ ਇੱਕ ਗੀਤਕਾਰ ਜਾਂ ਕੋਈ ਸਿੰਗਰ, ਉਹਨੂੰ ਮੂੰਹ ਦੇ ਵਿੱਚ ਪਾ ਕੇ ਬੇਟਾ ਮੂੰਹ ਨੂੰ ਬੰਦ ਕਰ ਲੈਂਦਾ ਅਤੇ ਅੰਦਰ ਫੇਫੜਿਆਂ ਦੇ ਵਿੱਚ ਸਾਹ ਖਿੱਚ ਕੇ ਆਹਿਸਤਾ ਆਹਿਸਤਾ ਉਹਦੇ 'ਚ ਫੂਕ ਮਾਰਦਾ ਅਤੇ ਦੋਵੇਂ ਹੱਥਾਂ ਦੇ ਨਾਲ ਉਹਦੇ ਉੱਪਰ ਬੇਟਾ ਜਿਹੜੇ ਖੋਲ ਨੇ ਜਦੋਂ ਉਹਨਾਂ ਨੂੰ ਹਲਕਾ ਹਲਕਾ ਦਬਾਉਂਦਾ, ਉਹਦੇ 'ਚ ਇੱਕ ਤਰੰਗ, ਇੱਕ ਟੋਨ ਪੈਦਾ ਹੁੰਦੀ ਆ, ਇਹ ਅਲਗੋਜਾ। ਕਾਟੋ ਬੇਟਾ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਮਲਵਈ ਗਿੱਧੇ ਦੇ ਵਿੱਚ, ਕਾਟੋ ਇੱਕ ਲੋਕ ਸਾਜ਼ ਹੈ। ਸੋ ਬੇਟਾ ਲੱਕੜੀ ਨੂੰ ਦੋ ਸਾਈਡਾਂ ਤੋਂ ਕੱਟ ਕੇ ਪਹਿਲੀ ਦੇ ਵਿੱਚ ਉਹਦਾ ਮੂੰਹ ਹਿਲਦਾ ਅਤੇ ਪਿੱਛੋਂ ਜਦੋਂ ਰੱਸੀ ਨੂੰ ਖਿੱਚਦੇ ਹਾਂ ਤਾਂ ਉਹਦੀ ਪੂਛ ਹਿਲਦੀ ਆ। ਸੋ ਇਸ ਤਰ੍ਹਾਂ ਦਾ ਇੱਕ ਲੋਕ ਸਾਜ਼ ਹੈ ਕਾਟੋ। ਤੂੰਬਾ ਬੇਟਾ ਇੱਕ ਤੂੰਬੀ ਛੋਟੀ ਹੁੰਦੀ ਆ, ਕੱਦੂ, ਵੱਡੇ ਕੱਦੂ ਨੂੰ ਪਹਿਲਾਂ ਪਕਾਇਆ ਜਾਂਦਾ ਸੀ, ਉਸ ਦਾ ਤੂੰਬਾ ਵੱਜਦਾ ਸੀ। ਇੱਕ ਤੂੰਬੀ ਛੋਟੀ ਹੁੰਦੀ ਆ, ਤੂੰਬਾ ਉਸ ਤੋਂ ਵੱਡਾ। ਸੋ ਇਹਨਾਂ ਜਿਹੜਾ ਲੋਕ ਸਾਜ਼ਾਂ ਦਾ ਇਸ ਕਵਿਤਾ ਦੇ ਵਿੱਚ ਜ਼ਿਕਰ ਹੋਇਆ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਕਵਿਤਾ ਵਿਸਾਖੀ ਦਾ ਮੇਲਾ ਦਾ ਕੇਂਦਰੀ ਭਾਵ ਲਿਖੋ। ਕੇਂਦਰੀ ਭਾਵ ਤੋਂ ਹੁੰਦਾ ਕਿ ਇਹ ਗੱਲ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਪੇਸ਼ ਕਰਦੀ ਆ, ਇਹ ਕਵਿਤਾ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਸਾਡੇ ਸਾਹਮਣੇ ਰੱਖਦੀ ਹੈ। ਸੋ ਆਓ ਪੜ੍ਹਦੇ ਹਾਂ ਕਿ ਕਵੀ ਨੇ ਇਸ ਵਿੱਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦਾ ਵਰਣਨ ਕਰਦੇ ਹੋਏ ਕਿਹਾ ਹੈ ਕਿ ਇਹ ਮੇਲਾ
ਫਸਲਾਂ ਦੇ ਪੱਕ ਜਾਣ 'ਤੇ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ। ਮੇਲੇ ਵਿੱਚ ਨਕਲੀ ਗਹਿਣਿਆਂ ਦੇ ਬਾਜ਼ਾਰ ਸਜਦੇ ਹਨ, ਹਲਵਾਈਆਂ ਦੀਆਂ ਹੱਟੀਆਂ ਸਜਦੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਦੇਖਣ ਨੂੰ ਮਿਲਦੇ ਹਨ। ਸੋ ਬੇਟਾ ਅਸੀਂ ਇਹ ਦੱਸਣਾ ਕਿ ਮੇਲੇ ਦੇ ਵਿੱਚ ਖਾਸ ਇਹ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਤਾਂ ਤੁਸੀਂ ਕੇਂਦਰੀ ਭਾਵ ਦੇ ਵਿੱਚ ਜੋ ਮੇਲਾ ਮੇਨ ਚੀਜ਼ਾਂ ਤੁਹਾਨੂੰ ਦੱਸਣਾ ਜਾਂ ਸਮਝਾਉਣਾ ਚਾਹੁੰਦਾ ਹੈ, ਜਾਂ ਕਵੀ ਮੇਲੇ ਦੇ ਦੌਰਾਨ ਕਿਹੜੀਆਂ ਖਾਸ ਗੱਲਾਂ ਨੂੰ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ, ਸੋ ਸਾਰੀਆਂ ਗੱਲਾਂ ਦਾ ਜ਼ਿਕਰ ਹੀ ਇਸ ਕਵਿਤਾ ਦਾ ਕੇਂਦਰੀ ਭਾਵ ਹੋਵੇਗਾ। ਸੋ ਅੱਗੇ ਪੜ੍ਹਦੇ ਹਾਂ। ਪ੍ਰਸ਼ਨ ਨੰਬਰ 4, ਧਨੀ ਰਾਮ ਚਾਤ੍ਰਿਕ ਨੇ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਕਿਵੇਂ ਪੇਸ਼ ਕੀਤਾ ਹੈ? ਸੋ ਬੇਟਾ ਜਿਵੇਂ ਤੁਸੀਂ ਆਪਣੇ ਕਿਸੇ ਵੀ ਇਲਾਕੇ ਦੇ ਵਿੱਚ ਲੱਗਦੇ ਖੇਤਰੀ ਮੇਲੇ ਨੂੰ ਦੇਖਦੇ ਹੋ ਤਾਂ ਉਸ ਮੇਲੇ ਨੂੰ ਤੁਸੀਂ ਵਿਸਾਖੀ ਦੇ ਮੇਲੇ ਦਾ ਰੂਪ ਦੇ ਦੇਣਾ ਹੈ, ਕਿਉਂਕਿ ਉੱਥੇ ਅੱਗੇ ਵਿਸਾਖੀ ਲੱਗ ਗਿਆ। ਮੇਲਾ ਲਗਭਗ ਸਾਰੀਆਂ ਥਾਵਾਂ 'ਤੇ ਇੱਕੋ ਜਿਹਾ ਹੀ ਹੁੰਦਾ, ਲਗਭਗ ਇੱਕੋ ਜਿਹਾ। ਜਿਹੜਾ ਅਸੀਂ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਜਾਂ ਕਿਸੇ ਪੀਰ ਪੈਗੰਬਰ ਦੇ ਸਥਾਨ 'ਤੇ ਜਾਂਦੇ ਹਾਂ। ਸੋ ਆਓ ਅਸੀਂ ਪੜ੍ਹਦੇ ਹਾਂ ਕਿ ਕਵੀ ਨੇ ਵਿਸਾਖੀ ਦੇ ਮੇਲੇ ਦਾ ਜ਼ਿਕਰ ਕਿਸ ਤਰ੍ਹਾਂ ਕੀਤਾ ਹੈ। ਉੱਤਰ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਹਨ। ਇਸ ਮੇਲੇ ਵਿੱਚ ਦੂਰੋਂ ਵਪਾਰੀ ਆਏ ਹਨ। ਉਹਨਾਂ ਨੇ ਦੂਰ ਤੱਕ ਬਾਜ਼ਾਰ ਸਜਾਏ ਹੋਏ ਹਨ। ਉਹ ਦੁਪੱਟਿਆਂ ਉੱਤੇ ਕਿਨਾਰੀ ਲਾਉਣ ਵਾਲੀਆਂ ਜਾਂ ਕਿਨਾਰੀ ਲਾਉਣ ਲਈ ਸੋਹਣੀਆਂ ਲੈਸਾਂ ਅਤੇ ਫੀਤੇ ਲਿਆਏ ਹਨ। ਮੇਲੇ ਵਿੱਚ ਗਾਜਰਿਆਂ ਅਤੇ ਬੰਗਾਂ ਦਾ ਕੋਈ ਅੰਤ ਨਹੀਂ ਹੈ ਅਤੇ ਝੂਠੇ ਗਹਿਣਿਆਂ ਦੀ ਤਾਂ ਮੰਡੀ ਲੱਗੀ ਹੋਈ ਹੈ। ਮੇਲੇ ਵਿੱਚ ਹਲਵਾਈਆਂ ਨੇ ਹਜ਼ਾਰਾਂ ਹੀ ਹੱਟੀਆਂ ਸਜਾਈਆਂ ਹੋਈਆਂ ਹਨ। ਮੇਲੇ ਵਿੱਚ ਹਰੇਕ ਦੁਕਾਨ ਉੱਤੇ ਚੀਜ਼ਾਂ ਖਰੀਦਣ ਵਾਲੇ ਸ਼ੌਕੀਨਾਂ ਦੀ ਭੀੜ ਲੱਗੀ ਹੋਈ ਹੈ। ਮੇਲੇ ਵਿੱਚ ਥਾਂ ਭੰਗੂੜੇ ਲੱਗੇ ਹੋਏ ਹਨ। ਕਈ ਥਾਵਾਂ 'ਤੇ ਕਈ ਕਿਸਮ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਮੇਲੇ ਵਿੱਚ ਥਾਂ ਜੋਗੀਆਂ ਨੇ ਸੱਪਾਂ ਦੇ, ਮਦਾਰੀਆਂ ਨੇ ਰਿੱਛਾਂ ਅਤੇ ਬਾਂਦਰਾਂ ਦੇ ਤਮਾਸ਼ੇ ਲਗਾਏ ਹੋਏ ਹਨ ਅਤੇ ਕਿਸੇ ਛਿੰਝ ਵਿੱਚ ਪਹਿਲਵਾਨ ਕੁਸ਼ਤੀਆਂ ਲੜ ਰਹੇ ਹਨ। ਸੋ ਬੇਟਾ ਇਹ ਜਿਹੜਾ ਦ੍ਰਿਸ਼ ਆ ਮੇਲੇ ਦਾ ਕਵੀ ਦੁਆਰਾ ਇਸ ਤਰ੍ਹਾਂ ਚਿਤਰਿਆ ਗਿਆ ਹੈ। ਸੋ ਇਸ ਕਵਿਤਾ ਦੇ ਨਾਲ ਸੰਬੰਧਿਤ ਬੇਟਾ ਤੁਹਾਨੂੰ ਜਿਹੜੇ ਸਵਾਲ ਪੁੱਛੇ ਜਾਣੇ ਨੇ, ਕੁਝ ਵਸਤੂਨਿਸ਼ਟ ਸਵਾਲ ਵੀ ਤੁਹਾਨੂੰ ਪੁੱਛੇ ਜਾਣਗੇ। ਆਓ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦੇ ਵਸਤੂਨਿਸ਼ਟ ਤੁਹਾਨੂੰ ਸਵਾਲ ਨੇ ਜਿਹੜੇ ਉਹ ਪੇਪਰ ਦੇ ਵਿੱਚ ਆ ਸਕਦੇ ਹਨ। ਪਹਿਲਾ ਹੈ ਕਿ ਵਿਸਾਖੀ ਦਾ ਮੇਲਾ ਕਿਸ ਕਵੀ ਦੀ ਰਚਨਾ ਹੈ? ਉੱਤਰ ਈੜੀ ਹੈ, ਧਨੀ ਰਾਮ ਚਾਤ੍ਰਿਕ ਜੀ। 2 ਨੰਬਰ ਸਵਾਲ ਹੈ ਕਿ ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ? ਉੱਤਰ ਹੈ ਐੜਾ, ਵਿਸਾਖੀ ਦੇ ਭਾਵ ਵਿਸਾਖ ਦੇ ਮਹੀਨੇ ਦੀ ਵਿਸਾਖੀ ਦਾ ਮੇਲਾ ਇਸ ਗੱਲ ਦਾ ਜ਼ਿਕਰ ਕੀਤਾ ਹੈ। ਛਿੰਝ ਵਿੱਚ ਕੌਣ ਗੱਜ ਰਹੇ ਹਨ? ਉੱਤਰ ਹੈ ਐੜਾ, ਪਹਿਲਵਾਨ ਕੁਸ਼ਤੀਆਂ ਲਈ ਰੈਡੀ ਨੇ, ਥਾਪੀਆਂ ਮਾਰਦੇ ਨੇ ਕਿ ਆਓ ਸਾਡੇ ਨਾਲ ਕੋਈ ਘੁਲੋ। 5 ਨੰਬਰ ਸਵਾਲ ਹੈ ਕਿ ਵਿਸਾਖੀ ਦਾ ਮੇਲਾ ਕਵਿਤਾ ਅਨੁਸਾਰ ਤਮਾਸ਼ੇ ਕਿਹਨਾਂ ਨੇ ਲਾਏ ਹਨ? ਉੱਤਰ ਹੈ ਸੱਸਾ, ਊੜਾ ਅਤੇ ਐੜਾ ਦੋਵਾਂ ਨੇ, ਜੋਗੀਆਂ ਨੇ ਅਤੇ ਮਦਾਰੀਆਂ ਨੇ। ਸੋ ਬੇਟਾ ਇਸ ਤਰ੍ਹਾਂ ਦੇ ਸਵਾਲ ਕਈ ਵਾਰੀ ਸਾਨੂੰ ਕਨਫਿਊਜ਼ ਕਰ ਦਿੰਦੇ ਨੇ। ਸੋ ਬੜੇ ਧਿਆਨ ਦੇ ਨਾਲ, ਜਲਦਬਾਜ਼ੀ ਨਹੀਂ ਕਰਨੀ। ਕਈ ਵਾਰੀ ਹੋ ਸਕਦਾ ਅਸੀਂ ਪਹਿਲੇ ਦਾ ਉੱਤਰ ਲਾ ਦਈਏ ਕਿ ਮਦਾਰੀਆਂ ਨੇ ਤਮਾਸ਼ੇ ਲਾਏ ਨੇ, ਯੋਗੀਆਂ ਨੂੰ ਭੁੱਲ ਜਾਈਏ। ਸੋ ਬੇਟਾ ਤੀਸਰਾ ਜਿਵੇਂ ਪਹਿਲਵਾਨਾਂ ਨੇ, ਕਨਫਿਊਜ਼ ਨਹੀਂ ਹੋਣਾ। ਇਹ ਤਿੰਨੋਂ ਬੰਦਿਆਂ ਦਾ ਜ਼ਿਕਰ ਮੇਲੇ ਨਾਲ ਸੰਬੰਧ ਰੱਖਦੇ ਨੇ, ਤਿੰਨੋਂ ਕਰੈਕਟਰ। ਸੋ ਅਸੀਂ ਬੜੇ ਸਮਝਦਾਰੀ ਨਾਲ ਉੱਤਰ ਚੁਣਨਾ, ਊੜਾ ਅਤੇ ਐੜਾ ਦੋਵਾਂ, ਕਿਉਂਕਿ ਮੇਲੇ ਦੇ ਵਿੱਚ ਪਹਿਲਵਾਨ ਤਾਂ ਘੁਲਦੇ ਨੇ ਬੇਟਾ, ਜੋਗੀ ਅਤੇ ਮਦਾਰੀ ਤਮਾਸ਼ੇ ਵਿਖਾਉਂਦੇ ਨੇ। ਸੋ ਸਹੀ ਉੱਤਰ ਹੈ ਸੱਸਾ, ਊੜਾ ਅਤੇ ਐੜਾ ਦੋਵਾਂ ਨੇ। 6 ਨੰਬਰ ਸਵਾਲ ਹੈ ਕਿ ਕੁੱਜਾਂ, ਗਾਜਰੇ, ਝੂਠੇ ਗਹਿਣੇ, ਫੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ? ਸਵਾਲ ਦਾ ਉੱਤਰ ਹੈ ਊੜਾ, ਵਣਜਾਰੇ ਜਿਹੜੇ ਬੰਗਾਂ ਵੇਚਦੇ ਨੇ ਬੇਟਾ। ਵਪਾਰੀ ਵੀ ਤੁਸੀਂ ਕਹਿ ਸਕਦੇ ਹੋ, ਵਪਾਰੀ ਪਸ਼ੂਆਂ ਨੂੰ ਵੀ ਵੇਚ ਸਕਦੇ ਨੇ, ਸਬਜ਼ੀਆਂ ਵੀ ਵੇਚ ਸਕਦੇ ਨੇ, ਕੱਪੜੇ ਵੀ ਵੇਚ ਸਕਦੇ ਨੇ। ਸੋ ਬੇਟਾ ਇੱਥੇ ਜਿਹੜਾ ਸਫੀਸ਼ੀਐਂਟ ਉੱਤਰ ਉਹ ਇਹ ਹੈ ਕਿ ਵਣਜਾਰੇ ਬੇਟਾ ਇਹ ਗਹਿਣੇ, ਫੀਤੇ, ਗਾਜਰੇ ਇਹ ਚੀਜ਼ਾਂ ਵੇਚਦੇ ਨੇ। ਅੱਗੇ ਹੈ ਸਵਾਲ ਨੰਬਰ 7, ਵਿਸਾਖੀ ਦਾ ਮੇਲਾ ਕਿੱਥੋਂ ਤੱਕ ਫੈਲਿਆ ਹੈ? ਉੱਤਰ ਹੈ ਈੜੀ, ਕੋਹਾਂ ਤੱਕ। ਸਵਾਲ ਨੰਬਰ 8 ਹੈ ਕਿ ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ? ਉੱਤਰ ਹੈ ਸੱਸਾ, ਗੁਲਾਬ ਦਾ ਫੁੱਲ ਹੱਸਿਆ। ਆਪਾਂ ਉੱਪਰਲੀ ਪਹਿਲੀ ਲਾਈਨ ਦੇ ਵਿੱਚ ਜਦੋਂ ਪੜ੍ਹੇ ਸੀ ਪਹਿਲੇ ਪੈਰੇ ਨੂੰ, ਉਹਦੇ ਵਿੱਚ ਇਸ ਸਵਾਲ ਦਾ ਉੱਤਰ ਆਉਂਦਾ ਹੈ।
9 ਨੰਬਰ ਸਵਾਲ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ। ਹੁਣ ਫੇਰ ਗੱਲ ਉੱਥੇ ਸਮਝਣੀ ਹੈ, ਹਲਵਾਈ ਵੀ ਬੈਠੇ ਨੇ, ਵਣਜਾਰੇ ਵੀ ਬੈਠੇ ਨੇ, ਅਤੇ ਜਿਹੜੇ ਬੇਟਾ ਬਾਣੀਏ ਨੇ ਉਹ ਬਾਜ਼ਾਰਾਂ ਦੇ ਵਿੱਚ ਬੈਠਦੇ ਨੇ। ਸੋ ਬਾਣੀਏ ਦਾ ਜ਼ਿਕਰ ਇਸ ਕਵਿਤਾ ਦੇ ਵਿੱਚ ਨਹੀਂ ਆਇਆ। ਸੋ ਇਸ ਤਰ੍ਹਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਹਲਵਾਈ ਅਤੇ ਵਣਜਾਰੇ ਦੇ ਵਿੱਚ। ਉੱਤਰ ਨੂੰ ਬੜੇ ਧਿਆਨ ਦੇ ਨਾਲ ਸਮਝਣਾ। ਜਿਵੇਂ ਆਪਸ਼ਨ ਸੱਸਾ ਦਿੱਤੀ ਗਈ ਹੈ, ਉਹਦੇ ਵਿੱਚ ਲਿਖਿਆ ਊੜਾ ਅਤੇ ਐੜਾ, ਭਾਵ ਹਲਵਾਈ ਅਤੇ ਵਣਜਾਰੇ ਬੂਥ ਦੋਨੋਂ ਹੀ। ਸੋ ਅਸੀਂ ਉੱਤਰ ਟਿਕ ਕਰਨਾ ਸੱਸਾ। ਕੀ ਕਹਿਣਾ? ਹਲਵਾਈ ਅਤੇ ਵਣਜਾਰੇ। ਬਾਣੀਏ ਦਾ ਜ਼ਿਕਰ ਬੇਟਾ ਇੱਥੇ ਵਿੱਚ ਨਹੀਂ ਕੀਤਾ ਗਿਆ ਕਵਿਤਾ 'ਚ, ਤਾਂ ਕਰਕੇ ਅਸੀਂ ਸੱਸਾ ਉੱਤਰ ਟਿਕ ਕਰਾਂਗੇ। 10 ਨੰਬਰ ਸਵਾਲ ਹੈ ਕਿ ਵਿਸਾਖੀ ਦੇ ਮੇਲੇ ਸਮੇਂ ਬੂਰ ਕਿਸ ਨੂੰ ਪਿਆ ਹੈ। ਉੱਤਰ ਹੈ ਈੜੀ, ਅੰਬਾਂ ਨੂੰ ਬੂਰ ਪਿਆ। ਸੋ ਇਹ ਬੇਟਾ ਜਿਹੜੇ ਉੱਪਰ ਸਵਾਲ ਤੁਹਾਨੂੰ ਦਿੱਤੇ ਨੇ ਉਹਨਾਂ ਦੇ ਆਨਸਰ ਨੇ, ਇਹਨਾਂ ਨੂੰ ਵੀ ਧਿਆਨ ਨਾਲ ਤੁਸੀਂ ਵੇਖ ਲੈਣਾ। ਅੱਗੇ ਹੈ ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ। ਆਓ ਪੜ੍ਹਦੇ ਹਾਂ। ਇਸ ਤਰ੍ਹਾਂ ਦੇ ਸਵਾਲ ਵੀ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ। ਸੋ ਆਓ ਪੜ੍ਹਦੇ ਹਾਂ। ਪਹਿਲਾ ਸਵਾਲ ਕਿ ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫਸਲ ਪੱਕ ਜਾਂਦੀ ਹੈ। ਉੱਤਰ ਹੈ ਕਣਕ ਦੀ ਫਸਲ। ਸਵਾਲ ਨੰਬਰ 2 ਵਿਸਾਖ ਵਿੱਚ ਕੀ ਰਸ ਗਿਆ ਹੈ। ਲੁਗਾਠ ਵੀ ਕਿਹਾ ਜਾਂਦਾ ਹੈ ਅਤੇ ਲੋਕਾਟ ਵੀ ਕਿਹਾ ਜਾਂਦਾ ਹੈ। ਸੋ ਬੇਟਾ ਇਹ ਧਿਆਨ ਨਾਲ ਸਮਝ ਲੈਣਾ। ਸਵਾਲ ਨੰਬਰ 3 ਵਿਸਾਖ ਵਿੱਚ ਬੇਰੀਆਂ ਕਿਉਂ ਲਿਫ ਗਈਆਂ, ਭਾਵ ਉਹਨਾਂ ਦੀਆਂ ਟਹਿਣੀਆਂ ਕਿਉਂ ਝੁਕ ਗਈਆਂ। ਆਪਣੇ ਫਲਾਂ ਭਾਵ ਬੇਰਾਂ ਦੇ ਭਾਰ ਕਾਰਨ। ਸਵਾਲ ਨੰਬਰ 4 ਵਿਸਾਖੀ ਦਾ ਮੇਲਾ ਕਿਸ ਕਵੀ ਦੀ ਰਚਨਾ ਹੈ। ਉੱਤਰ ਹੈ ਧਨੀ ਰਾਮ ਚਾਤ੍ਰਿਕ ਜੀ। ਸਵਾਲ ਨੰਬਰ 5 ਵਿਸਾਖੀ ਦਾ ਮੇਲਾ ਕਵਿਤਾ ਕਿਸ ਨੂੰ ਸੰਬੋਧਿਤ ਹੈ। ਉੱਤਰ ਹੈ ਪ੍ਰੇਮੀਆਂ ਨੂੰ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਸਾਰਿਆਂ ਨੂੰ ਸੰਬੋਧਿਤ ਹੈ, ਖਾਸ ਕਰਕੇ ਪ੍ਰੇਮਿਕਾ ਨੂੰ। ਉਹ ਤੁਹਾਡੀ ਪਤਨੀ ਵੀ ਹੋ ਸਕਦੀ ਹੈ। ਸਵਾਲ ਨੰਬਰ 6 ਕਵਿਤਾ ਵਿਸਾਖੀ ਦਾ ਮੇਲਾ ਮੁਤਾਬਕ ਜੱਗ ਉੱਤੇ ਕਿਸ ਦੀ ਨਜ਼ਰ ਸਵੱਲੀ ਹੈ। ਕੌਣ ਸੰਸਾਰ ਦੇ ਲਈ ਮਿਹਰਾਂ ਦੀ ਨਿਗਾਹ ਵਰਤਾ ਰਿਹਾ ਹੈ। ਉੱਤਰ ਹੈ ਸਾਈਂ ਦੀ ਨਜ਼ਰ। ਸਾਈਂ ਤੋਂ ਭਾਵ ਹੈ ਪਰਮਾਤਮਾ ਦੀ ਨਜ਼ਰ। ਸਵਾਲ ਨੰਬਰ 7 ਵਣਜਾਰੇ ਕਿੱਥੋਂ ਆਏ ਹਨ। ਉੱਤਰ ਹੈ ਵਣਜਾਰੇ ਦੂਰ ਦੁਰਾਡੇ ਤੋਂ ਆਏ ਹਨ, ਵੀ ਵੱਖ ਦੂਰ ਥਾਵਾਂ ਤੋਂ ਆਏ ਹਨ। ਸਵਾਲ ਨੰਬਰ 8 ਕਵਿਤਾ ਵਿਸਾਖੀ ਦਾ ਮੇਲਾ ਅਨੁਸਾਰ ਮੇਲੇ ਵਿੱਚ ਝੂਠੇ ਗਹਿਣਿਆਂ ਦੀ ਕੀ ਲੱਗੀ ਹੋਈ ਹੈ। ਉੱਤਰ ਹੈ ਮੇਲੇ ਵਿੱਚ ਝੂਠੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ। ਥਾਂ 'ਤੇ ਨਕਲੀ ਗਹਿਣੇ ਦੀਆਂ ਦੁਕਾਨਾਂ, ਭਾਵ ਜਿਹੜੇ ਵਣਜਾਰੇ ਨੇ ਬੇਟਾ ਬੰਗਾਂ, ਚੂੜੀਆਂ, ਹਾਰ, ਕਾਜਰੇ ਇਹ ਚੀਜ਼ਾਂ ਵੇਚ ਰਹੇ ਹਨ ਬੈਠੇ। 9 ਨੰਬਰ ਸਵਾਲ ਹੈ ਕਿ ਵਿਸਾਖੀ ਦਾ ਮੇਲਾ ਕਵਿਤਾ ਅਨੁਸਾਰ ਸ਼ੌਕੀਨਾਂ ਦੀ ਭੀੜ ਕਿੱਥੇ ਜੁੜੀ ਹੈ। ਹੱਟੀਆਂ ਉੱਤੇ। ਕਈ ਸ਼ੌਕੀਨ ਬੇਟਾ ਮੁੰਡੇ ਨੇ ਖਾਣ ਪੀਣ ਦੇ, ਉਹਨਾਂ ਨੇ ਹਲਵਾਈਆਂ ਦੀ ਹੱਟੀਆਂ 'ਤੇ ਰੌਣਕ ਲਾਈ ਹੋਈ ਹੈ। ਜੇ ਅਸੀਂ ਗੱਲ ਕਰੀਏ ਕੁੜੀਆਂ ਦੀ ਤਾਂ ਉਹ ਖਰੀਦਦਾਰੀ ਕਰਨ ਦੇ ਵਿੱਚ ਜੁਟੀਆਂ ਹੋਈਆਂ ਹਨ ਵੱਖ ਦੁਕਾਨਾਂ ਦੇ ਉੱਪਰ। ਸੋ ਬੇਟਾ ਇਹ ਸਨ ਤੁਹਾਡੇ 1 ਤੋਂ 2 ਸ਼ਬਦਾਂ ਵਾਲੇ ਜਾਂ 1 ਲਾਈਨ ਵਾਲੇ ਸਵਾਲਾਂ ਦੇ ਜੋ ਅਸੀਂ ਸਮਝਿਆ ਪ੍ਰਸ਼ਨਾਂ ਦੇ ਉੱਤਰ ਨੇ। ਅਤੇ ਉੱਪਰ ਬੇਟਾ ਹੈਗੇ ਨੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਸਵਾਲ, ਜਿਹੜੇ ਤੁਹਾਡੇ ਤੋਂ ਪ੍ਰਸ਼ਨ ਪਾ ਕੇ ਸਵਾਲ ਪੁੱਛੇ ਜਾਣਗੇ ਐਗਜ਼ਾਮੀਨੇਸ਼ਨ ਦੇ ਵਿੱਚ। ਸੋ ਬੇਟਾ ਅਗਲੇ ਹੈਗੇ ਨੇ ਲੌਂਗ ਪ੍ਰਸ਼ਨ ਉੱਤਰ। ਸੋ ਲੌਂਗ ਪ੍ਰਸ਼ਨਾਂ ਦੇ ਉੱਤਰ ਨਾਲ ਹੀ ਅਸੀਂ ਕਵਿਤਾ ਦੇ ਉੱਪਰ ਜੋ ਵੱਖ ਭਾਗਾਂ ਦੇ ਵਿੱਚ ਤੁਹਾਨੂੰ ਦਿੱਤੇ ਗਏ ਨੇ ਪ੍ਰਸੰਗ ਸਹਿਤ ਵਿਆਖਿਆ, ਉਹਨੂੰ ਵੀ ਪੜ੍ਹਿਆ ਹੈ, ਸਮਝਿਆ ਹੈ। ਸੋ ਪ੍ਰਸੰਗ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਲਿਖਣੀਆਂ ਨੇ ਉਹਨਾਂ ਦਾ ਤੁਹਾਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਬਿਲਕੁਲ ਉਸੇ ਤਰ੍ਹਾਂ ਲਿਖਣਾ ਹੈ। ਪ੍ਰਸੰਗ ਦੇ ਵਿੱਚ ਅਸੀਂ ਕਵੀ ਦਾ ਨਾਮ, ਕਵਿਤਾ ਦਾ ਨਾਮ ਅਤੇ ਕਿਤਾਬ ਦਾ ਪਾਠ ਪੁਸਤਕ ਦਾ ਜ਼ਿਕਰ ਅਤੇ ਉਹਦੇ ਵਿੱਚ ਕਿਹੜੀ ਗੱਲ ਮੇਨ ਕਵੀ ਕਰਨੀ ਚਾਹੁੰਦਾ ਇਹਦਾ ਜ਼ਿਕਰ ਕਰਨਾ ਹੈ। ਸੋ ਉੱਪਰ ਜਿਹੜੀਆਂ ਲਾਈਨਾਂ ਜਿਵੇਂ ਤੁਹਾਨੂੰ 5-7 ਲਾਈਨਾਂ ਦਿੱਤੀਆਂ ਗਈਆਂ ਹੁੰਦੀਆਂ ਨੇ ਉਹ ਤੁਸੀਂ ਸਾਰੀਆਂ ਹੀ ਨਹੀਂ ਲਿਖਣੀਆਂ। ਪਹਿਲੀ ਲਾਈਨ ਲਿਖਣੀ ਆ, ਡਾਟਸ ਲਾਉਣੇ ਨੇ, ਫਿਰ ਲਾਸਟ ਲਾਈਨ ਲਿਖ ਦੇਣੀ ਆ ਅਤੇ ਡੰਡੀ ਲਾ ਕੇ ਨੀਚੇ ਲਿਖ ਦੇਣਾ ਹੈ ਪ੍ਰਸੰਗ। ਸੋ ਉਮੀਦ ਕਰਦੇ ਹਾਂ ਜਿਹੜੀ ਜਾਣਕਾਰੀ ਆਪ ਜੀ ਨੂੰ ਪ੍ਰਦਾਨ ਕੀਤੀ ਗਈ ਹੈ ਇਸ ਕਵਿਤਾ ਬਾਰੇ, ਕਵੀ ਬਾਰੇ, ਉਸ ਨੂੰ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਵੀ ਜ਼ਰੂਰ ਪੜ੍ਹੋਗੇ। ਸੋ ਵਿਸਾਖੀ ਦਾ ਮੇਲਾ ਕਵਿਤਾ ਨੰਬਰ 2 ਇਹਦੇ ਨਾਲ ਸੰਬੰਧਿਤ ਜੋ ਇਹ ਵੀਡੀਓ ਹੈ ਉਹਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। 9ਵੀਂ ਕਲਾਸ ਦੇ ਵੱਖ ਚੈਪਟਰਾਂ ਜਾਂ ਸਿਲੇਬਸ ਨਾਲ ਸੰਬੰਧਿਤ ਹੋਰ ਜਾਣਕਾਰੀ ਹਾਸਲ ਕਰਨ ਲਈ
ਤੁਸੀਂ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।